ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧੰਨ ਧੰਨ ਬਾਬਾ ਜੀ ਈਸ਼ਰ ਸਿੰਘ ਉਹਨਾਂ ਦੇ ਪ੍ਰਗਟ ਦਿਹਾੜੇ ਤੇ ਬਿਰਾਜਮਾਨ ਸਾਧ ਸੰਗਤ ਕਰੋ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਚਾਓ ਭਿਆ ਪ੍ਰਭ ਆਗਮ ਸੁਣਿਆ, ਮੰਗਲ ਗਾਵੋ ਹੈ ਸਖੀ ਗ੍ਰਹਿ ਮੰਦਰ ਬਣਿਆ। ਅੱਜ ਅਸੀਂ ਧੰਨ ਧੰਨ ਬਾਬਾ ਜੀ ਈਸ਼ਰ ਸਿੰਘ ਉਹਨਾਂ ਦੇ ਪ੍ਰਗਟ ਦਿਵਸ 'ਤੇ ਇੱਥੇ ਹਾਜ਼ਰ ਹੋਏ ਹਾਂ। ਬਹੁਤ ਵਿਸਥਾਰ ਨਾਲ ਮੇਥੋਂ ਪਹਿਲਾਂ ਮਹਾਂਪੁਰਖਾਂ ਨੇ ਭਾਈ ਗੁਰਮੇਲ ਸਿੰਘ ਜੀ, ਬਾਬਾ ਜੀ ਗੁਰਚਰਨ ਸਿੰਘ ਜੀ, ਬਾਬਾ ਜੀ ਸੁਖਦੇਵ ਸਿੰਘ ਜੀ ਨੇ ਆਪਣੇ ਬਚਨਾਂ ਨਾਲ ਸੰਗਤਾਂ ਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਾਇਆ। ਮੈਂ ਤਾਂ ਸਿਰਫ 2-3 ਬੇਨਤੀਆਂ ਧੰਨ ਧੰਨ ਬਾਬਾ ਜੀ ਈਸ਼ਰ ਸਿੰਘ ਉਹਨਾਂ ਦੇ ਮੁਖਾਰਬਿੰਦ ਸੁਣੇ ਹੋਏ ਬਚਨਾਂ ਦੀਆਂ ਸੰਗਤ ਨਾਲ ਸਾਂਝੀਆਂ ਕਰੂੰਗਾ। ਬਾਬਾ ਜੀ, ਪਹਿਲੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਉਹ ਨਾ ਜੰਮਣ ਦੇ ਗੇੜ 'ਚ ਨੇ, ਨਾ ਉਹ ਮਰਨ ਦੇ ਗੇੜ 'ਚ ਨੇ, ਨਾ ਉਹ ਇਸ ਕਰਕੇ ਉਹ ਪ੍ਰਗਟ ਹੋਏ ਤੇ ਅਲੋਪ ਹੋਏ। ਜਿਹੜਾ ਇਹ ਸਮਝਦਾ ਕਿ ਉਹਨਾਂ ਨੇ ਜਨਮ ਲਿਆ ਤੇ ਉਹ ਸਰੀਰ ਛੱਡਿਆ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਕਿਉਂਕਿ ਝੋਰੜਾਂ ਵੀ ਕਈ ਦਫਾ ਛੋਟੇ ਹੁੰਦੇ ਆ ਜਦ ਬਾਬਾ ਜੀ ਆਉਂਦੇ ਸੀ, ਕਿਉਂਕਿ ਇਸ ਤੋਂ ਬਾਅਦ ਇੱਥੋਂ ਦਮਦਮਾ ਸਾਹਿਬ ਜਾਂਦੇ ਸੀ ਵਿਸਾਖੀ ਤੇ 2-3 ਵਾਰੀ ਉਦੋਂ ਰਹਿਣ ਦਾ ਮੌਕਾ ਵੀ ਮਿਲਿਆ। 12-12 11-11 ਵਜੇ ਪਿੰਡਾਂ ਤੋਂ ਦੀਵਾਨ ਕਰਕੇ ਆਉਣੇ ਤੇ ਆਉਂਦਿਆਂ ਇਸ਼ਨਾਨ ਕਰਕੇ ਨਿਤਨੇਮ ਸੋ ਜਾਣਾ। ਇਹ ਸਰੀਰ ਥੱਕ ਜਾਂਦੇ ਨੇ ਜੇ ਸਰੀਰ ਹੋਣ ਤਾਂ, ਪਰ ਜਿੱਥੇ ਜੋਤ ਨਿਰੰਕਾਰ ਦੀ ਹੋਵੇ ਉਹ ਫਿਰ ਥੱਕਦੇ ਨਹੀਂ। ਕਿਉਂਕਿ ਬਾਬਾ ਜੀ ਨੇ ਆਪ ਬਚਨਾਂ ਵਿੱਚ ਨਾਨਕ ਦੇ ਜਦ ਮਤਲਬ ਸਮਝਾਏ ਨੇ ਤਾਂ ਉਹਨਾਂ ਨੇ ਕਿਹਾ ਨਾ ਅੱਕਣ ਵਾਲਾ ਨਾ ਥੱਕਣ ਵਾਲਾ, ਜੋੜ ਕੇ ਨਾਨਕ ਬਣਿਆ। ਬਾਬਾ ਜੀ ਹਮੇਸ਼ਾ ਹੀ ਆਪਣੇ ਬਚਨਾਂ ਵਿੱਚ ਸੰਗਤ ਕਰਨ ਦਾ ਲਾਭ ਫਰਮਾਉਂਦੇ ਹੁੰਦੇ ਸਨ। ਉਹ ਕਹਿੰਦੇ ਹੁੰਦੇ ਸਨ, ਕ੍ਰਿਸ਼ਨ ਜੀ ਦੇ ਅਨਹਦ ਭਗਤ ਗੋਵਾਲ ਜੀ ਹੋਏ। ਮੈਂ ਇੱਕੋ ਹੀ ਸੰਗਤ ਨੂੰ ਬੇਨਤੀ ਕਰੂੰ ਕਿ ਜੇ ਅਸੀਂ ਬਾਬਾ ਜੀ ਦੇ ਉਹ ਬਚਨਾਂ 'ਚੋਂ ਹੀ ਕੁਛ ਸਿੱਖ ਲਈਏ ਤਾਂ ਮੇਰਾ ਖਿਆਲ ਹੈ ਇੰਨੇ ਨਾਲ ਹੀ ਸਾਡਾ ਜਨਮ ਸਫਲਾ ਹੋ ਜੂ। ਉਹ ਕਹਿੰਦੇ ਹੁੰਦੇ ਸਨ ਸੰਗਤ ਕਰਨ ਦਾ ਲਾਭ ਕੀ ਆ? ਉਹ ਕਹਿੰਦੇ ਇੱਕ ਤੋਂ ਦੂਣੇ ਹੋਣ ਤਿਨਾਂ ਦੇ ਜੋ ਸਾਧ ਸੰਗਤ ਚੱਲ ਜਾਂਦੇ, 2 ਤੋਂ ਚੌਗੁਣਾ ਹੋਣ ਤਿਨਾਂ ਦੇ ਜੋ ਸੇਵਾ ਜਾ ਕਮਾਉਂਦੇ, 4 ਤੋਂ 8 ਗੁਣੇ ਹੋਣ ਤਿਨਾਂ ਦੇ ਜੋ ਗੁਰ ਕਾ ਬਚਨ ਕਮਾਉਂਦੇ, ਸਾਵੇਂ ਸੱਠੇ ਰਹਿਣ ਤਿਨਾਂ ਦੇ ਜੋ ਆਉਂਦੇ ਤੇ ਉਗਲਾਉਂਦੇ। ਆਏ ਦੀਵਾਨ 'ਚ ਬੈਠੇ, ਸੁਰਤੀ ਨਾਲ ਕਿਤੇ ਹੋਰ ਰਹੇ, ਧਿਆਨ ਕਿਤੇ ਹੋਰ ਰਿਹਾ, 2 ਘੰਟੇ ਸੰਗਤ 'ਚ ਬੈਠੇ ਚਲੇ ਗਏ। ਉਹ ਕਹਿੰਦੇ ਸਾਵੇਂ ਸੱਠੇ ਰਹਿ ਗਏ, ਨਾ ਆਏ ਤੇ ਨਾ ਗਏ ਦਾ ਕੋਈ ਲਾਭ ਨਹੀਂ ਗਾ। ਮੈਨੂੰ ਯਾਦ ਹੈ ਅਸੀਂ ਦੀਵਾਲੀ ਦੇ ਮੌਕੇ 'ਤੇ ਸੀੜੇ ਬਾਬਾ ਜੀ ਗਏ ਸੀ ਗੁਰਦਾਸਪੁਰ 'ਚ, ਤੇ ਉੱਥੇ ਮੈਂ, ਮੇਰੇ ਪਾਪਾ ਜੀ, ਭੂਆ ਜੀ, ਦਾਦੀ ਜੀ, ਅਸੀਂ ਸਾਰੇ ਮੱਥਾ ਟੇਕਣ ਗਏ ਤੇ ਬਾਬਾ ਜੀ ਬਚਨ ਕਰਨ ਲੱਗੇ। ਕਹਿੰਦੇ ਅਵਤਾਰ ਸਿਆਂ ਰਾਤ ਫਿਰ ਕਹਿੰਦੇ ਪਟਾਕੇ ਚਲਾਏ। ਪਾਪਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਜ਼ੂਰ ਬਖਸ਼ਿਸ਼ ਕਰੋ। ਕਹਿੰਦੇ ਇੱਥੇ ਜੋੜੇ ਚੁੱਕਣ ਵਾਲੇ ਬੜੇ ਆ ਜਾਂਦੇ ਸੀ। ਕਹਿੰਦੇ ਰੋਜ਼ ਦੀ ਸੰਗਤ ਨੇ ਰਾਤ ਨੂੰ ਸ਼ਿਕਾਇਤ ਕਰਨੀ, ਜੀ ਮੇਰੇ ਜੋੜੇ ਚੱਕੇ ਗਏ, ਮੇਰੇ ਜੋੜੇ ਚੁੱਕੇ ਗਏ। ਕਹਿੰਦੇ ਫਿਰ ਅਸੀਂ ਆਹ ਸਾਰੇ ਸੁਣਾ ਕੇ ਅਨਹਦ ਭਗਤ ਗੋਵਾਲ ਜੀ ਦੇ, ਉਦੋਂ ਬਾਅਦ ਜਦ ਆਖਰੀ ਤੁਕ ਸੁਣਾਈ ਨਾ, ਰੱਬ ਦੀ ਮਾਰ ਪਈ ਤੇ ਇਹਨਾਂ ਨੂੰ ਜੋ ਜੋੜੇ ਚੁੱਕ ਲੈ ਜਾਂਦੇ। ਕਹਿੰਦੇ ਉਹਨਾਂ ਨੂੰ ਵੀ ਸ਼ਾਬਾਸ਼ ਦਿੰਦੇ। ਉਹਨਾਂ ਨੇ ਸੁਣ ਕੇ ਜਿੰਨੇ ਚੁੱਕੇ ਸੀ ਸਾਰੇ ਇੱਥੇ ਰੱਖ ਗਏ, ਸ਼ਾਬਾਸ਼ ਲੈ ਲਈ, ਕਿਉਂਕਿ ਬਚਨ ਮੰਨ ਲਿਆ। ਦੇਖੋ ਬਾਬਾ ਜੀ ਦੇ ਮੁਖਾਰਬਿੰਦ ਤੋਂ ਆਪਣੇ ਬਚਨਾਂ 'ਚੋਂ ਜੇ ਕਿਸੇ ਨੇ ਟੇਪ 'ਚ ਸੁਣੇ ਹੋਣ, ਉਹ ਕਹਿੰਦੇ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਕੋਲ ਕੋਈ ਸੇਵਕ ਮੱਥਾ ਟੇਕਣ ਗਿਆ। ਮਹਾਂਪੁਰਖ ਆਪਣੀ ਮੌਜ ਵਿੱਚ ਹੁੰਦੇ ਨੇ, ਮੌਜ 'ਚ ਸੀ ਤੇ ਕਿਸੇ ਮੌਜ 'ਚ ਆਇਆ ਸੇਵਕ ਨੂੰ ਜਿਹਨੇ ਮੱਥਾ ਟੇਕਣ ਲੱਗਿਆ ਕਹਿਤਾ ਪਰੇ ਹਟ। ਉਹਨੇ ਸੋਚਿਆ ਮਹਾਂਪੁਰਖਾਂ ਨੇ ਮੈਨੂੰ ਨਾਮ ਦੇਤਾ ਪਰੇ ਹਟ। ਉਹ ਮਾਲਾ ਫੇਰਨ ਲੱਗ ਪਿਆ, ਪਰੇ ਹਟ ਪਰੇ ਹਟ ਪਰੇ ਹਟ ਪਰੇ ਹਟ। 2-3 ਮਹੀਨੇ ਮਾਲਾ ਫੇਰਦਾ ਰਿਹਾ ਪਰੇ ਹਟ ਦੀ, ਤੇ ਉਹਨੇ ਕਿਹਾ ਮੈਂ ਇੰਨਾ ਨਾਮ ਜਪਿਆ, ਮੈਂ ਮਹਾਂਪੁਰਖਾਂ ਤੋਂ ਜਾ ਕੇ ਸਮੱਤ ਲੈ ਲਾਂ, ਬਖਸ਼ਿਸ਼ ਤਾਂ ਲਵਾਂ ਕਿ ਇਹ ਕੀ ਇਸ਼ਾਰਾ ਸੀ। ਜਦ ਉਹਨੇ ਜਾ ਕੇ ਮਹਾਂਪੁਰਖਾਂ ਕੋਲ ਬੇਨਤੀ ਕੀਤੀ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਕੋਲ, ਕਿ ਜੀ ਤੁਸੀਂ ਨਾਮ ਦਿੱਤਾ ਸੀ ਪਰੇ ਹਟਦਾ ਤੇ ਸਮੱਤ ਬਖਸ਼ੋ, ਕੀ ਸੀ? ਉਹ ਕਹਿੰਦੇ ਗੁਰਮੁਖਾ ਤੈਨੂੰ ਕਿਹਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਰੇ ਹਟ, ਹੁਣ ਵਾਹਿਗੁਰੂ ਦੀ ਮਾਲਾ ਫੇਰਿਆ ਕਰ। ਕਹਿੰਦੇ ਭਰੋਸਾ ਸੀ ਇਹਦਾ ਜਿਹਨੇ ਬਚਨ ਸੰਭਾਲ ਲਿਆ।
ਕਹਿਣ ਦਾ ਮਤਲਬ ਕਿ ਸੰਗਤ ਕਰਨੀ ਬਹੁਤ ਭਾਗਾਂ ਵਾਲਿਆਂ ਦੀ ਗੱਲ ਹੈ। ਜਦ ਗੁਰਦੁਆਰੇ ਵੱਲ ਨੂੰ ਚੰਗੇ ਥਾਂ ਲਈ ਤੁਰ ਪੈਂਦੇ ਆ, ਉਦੋਂ ਹੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਕਿਉਂਕਿ ਗੁਰੂ ਬਾਣੀ ਨੇ ਇੱਕ ਜਗ੍ਹਾ ਨਹੀਂ ਵਾਰ-ਵਾਰ ਕਿਹਾ, ਨਾ ਧਨਾਡਾ ਨੂੰ ਵੱਡੇ ਕਿਹਾ, ਨਾ ਰਾਜਸੀ ਲੀਡਰਾਂ ਨੂੰ ਵੱਡਿਆਂ ਨੂੰ ਕਿਹਾ, ਨਾ ਪੜ੍ਹਿਆਂ ਲਿਖਿਆਂ ਨੂੰ ਵੱਡਿਆ ਕਿਹਾ। ਉਹਨਾਂ ਨੇ ਵੱਡੇ ਭਾਗ ਕਿਹਦੇ ਦੱਸਿਆ? ਵਡਭਾਗੀ ਸਾਧ ਸੰਗ ਪ੍ਰਾਪਤ। ਫਿਰ ਹੁੰਦਾ ਕੀ ਹੈ ਉਦੋਂ ਬਾਅਦ? ਤਿੰਨ ਭੇਟਤ ਉਹਨਾਂ ਨੂੰ ਮਿਲਿਆ, ਤਿੰਨ ਭੇਟਤ ਦੁਰਮਤ ਖੋਈ। ਫਿਰ ਅੱਗੇ ਜਾ ਕੇ ਕੀ ਬਖਸ਼ਿਸ਼ ਕੀਤੀ ਹੈ? ਤਿੰਨ ਕੀ ਧੂਰ ਨਾਨਕ ਦਾਸ ਬੰਛ ਹੈ, ਜਿਨ ਹਰ ਨਾਮ ਰਿਦੇ ਪਰੋਈ। ਸੋ ਅੱਜ ਅਸੀਂ ਇੱਥੇ ਜਿਸ ਸਥਾਨ 'ਤੇ ਆਏ ਹਾਂ, ਆਉਣਾ ਮੁਬਾਰਕ। ਮੈਨੂੰ ਕਈ ਦਫਾ ਕਈ ਧਾਰਮਿਕ ਸਥਾਨਾਂ 'ਤੇ ਜਾਣ ਦਾ ਮੌਕਾ ਮਿਲਦਾ ਹੈ। ਕੀਰਤਨ ਵੀ ਰਾਗੀਆਂ ਦਾ ਚੱਲ ਰਿਹਾ ਹੁੰਦਾ ਅਤੇ ਸੰਗਤ 'ਚ ਲੋਕ ਬੈਠੇ ਗੁਟਕਾ ਲਏ ਵੀ ਪਾਠ ਕਰੀ ਜਾਂਦੇ ਆ। ਉਸ ਵੇਲੇ ਮੈਨੂੰ ਬਾਬਾ ਜੀ ਦਾ ਬਚਨ ਯਾਦ ਆਉਂਦਾ ਹੈ। ਬਾਬਾ ਜੀ ਕਹਿੰਦੇ, ਜੇ ਹੱਥ ਵਾਲਾ ਨਲਕਾ ਹੋਵੇ ਤੇ ਨਾਲ ਟੂਟੀ ਚੱਲ ਪਏ, ਨਲਕੇ ਦਾ ਕੋਈ ਫਾਇਦਾ ਨਹੀਂ ਰਹਿੰਦਾ। ਤੇ ਜਿੱਥੇ ਟੂਟੀ ਹੋਵੇ ਉੱਥੇ ਨਾਲ ਟਿਊਬਵੈੱਲ ਚੱਲ ਜੇ ਤਾਂ ਟੂਟੀ ਦਾ ਕੋਈ ਫਾਇਦਾ ਨਹੀਂ ਰਹਿੰਦਾ ਹੈ। ਤੇ ਕਹਿੰਦੇ ਜਿੱਥੇ ਰਾਬੀ ਬਾਛੜ ਪਾ ਦੇਵੇ, ਪੂਰੀ ਵਿਛਾੜ ਕਰ ਦੇਵੇ, ਤੇ ਫਿਰ ਉੱਥੇ ਜਿਹੜਾ ਟਿਊਬਵੈੱਲ ਲਾਈ ਬੈਠਾ ਉਦੋਂ ਮੂਰਖ ਵੀ ਕੋਈ ਨਹੀਂ। ਜਦ ਸੰਗਤ ਵਿੱਚ ਆ ਗਏ ਉਦੋਂ ਮਨ ਜੋੜਨ ਦੀ ਲੋੜ ਹੁੰਦੀ ਹੈ। ਤਾਂ ਮੈਂ ਇਹ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਾਬਾ ਜੀ ਦੇ ਬਚਨਾਂ ਦੀਆਂ ਜਿੰਨੀਆਂ ਕੈਸਟਾਂ ਨੇ ਸੁਣ ਲੈਣਾ, ਇੱਕ ਨਾ ਇੱਕ ਕੈਸਟ 'ਚ ਤੁਹਾਨੂੰ ਜ਼ਰੂਰ ਮਿਲਿਆ ਕਰੂ ਕਿ ਜਦ ਸੰਗਤ ਕਰਦੇ ਹੁੰਦੇ ਹੋ ਉਦੋਂ ਸੁਰਤ ਤੇ ਮਨ ਨਾਲ ਕਰਿਆ ਕਰੋ। ਬੈਠੇ ਸੰਗਤ 'ਚ ਹੁੰਦੇ ਆ, ਪਾਠ ਆਪਣਾ ਕਰੀ ਜਾਂਦੇ ਆ। ਜੇ ਇੰਨਾ ਚਾਅ ਨਿਤਨੇਮ ਦਾ ਤਾਂ ਆਪਾਂ ਬਾਹਰ ਜਾ ਕੇ ਘਰ ਜਾ ਕੇ ਆਪਣਾ ਨਿਤਨੇਮ ਅਲੱਗਾ ਕਰਿਆ, ਸੰਗਤ ਵਿੱਚ ਆ ਕੇ ਸੰਗਤ ਦਾ ਲਾਹਾ ਕਰਿਏ। ਦੂਸਰੀ, ਬਾਬਾ ਜੀ ਬੜਾ ਤਾੜ ਨਾਲ ਬਚਨ ਕਰਦੇ ਸੀ। ਕਈ ਦਫਾ ਆਉਣਾ, ਇੱਕ ਵਾਰੀ ਫੌਜੀ ਜਾਂਦੇ ਜਾਂਦੇ ਵੀ ਫਿਰੋਜ਼ਪੁਰ ਨੂੰ ਆਏ। ਰੋਮਾਂ ਦੀ ਬੇਦਬੀ ਦੇ ਬਾਬਾ ਜੀ ਬਹੁਤ ਸਖਤ ਪਹਿਰਾ ਦਿੰਦੇ ਸੀ, ਬਹੁਤ। ਤੇ ਬਾਬਾ ਜੀ ਦੇ ਬਚਨ ਨੇ, ਇੱਕ ਰੋਮ ਦੀ ਬੇਦਬੀ ਤੇ 100 ਗਊ ਦੀ ਹੱਤਿਆ। ਮੈਂ ਜ਼ਰੂਰ ਬੇਨਤੀ ਕਰੂੰ ਆਉਣ ਵਾਲਿਆਂ ਨੂੰ, ਨਹੀਂ ਆਓ ਜਿਨ੍ਹਾਂ ਨੇ ਆਉਣਾ ਜੀ ਆਇਆਂ, ਕਿਉਂਕਿ ਗੁਰੂ ਦਾ ਘਰ ਹੈ, ਇੱਥੇ ਕੋਈ ਪਾਬੰਦੀ ਨਹੀਂ ਹੋ ਸਕਦੀ। ਪਰ ਜਿਹਨੇ ਆਪਣੇ ਆਪ ਨੂੰ ਨਾਨਕਸਰ ਦਾ ਸੰਗੀ ਕਹਾਉਣਾ ਹੈ ਕਿ ਮੈਂ ਨਾਨਕਸਰ ਸੰਗਤ ਕਰਦਾ, ਉਹਨੂੰ ਘੱਟੋ ਘੱਟ ਬਾਬਾ ਜੀ ਦੀ ਨਾਮ ਦੀ ਇੱਜ਼ਤ ਰੱਖਣ ਲਈ, ਲਾਜ ਰੱਖਣ ਲਈ ਰੋਮਾਂ ਨੂੰ ਹੱਥ ਲਾਉਣ ਤੋਂ ਸੰਕੋਚ ਕਰਨਾ ਚਾਹੀਦਾ। ਕਿਉਂਕਿ ਮੇਰੇ ਕੋਲ ਵੀ ਕਈ ਦਫਾ ਇੱਕ ਦੋ ਵਾਰੀ ਬੰਦੇ ਆਏ ਕੰਮ ਕਰਾਉਣ, ਅਸੀਂ ਜੀ ਨਾਨਕਸਰ ਜਾਂਦੇ ਹਾਂ। ਮੈਂ ਕਿਹਾ ਤੂੰ ਨਹੀਂ ਜਾਂਦਾ, ਝੂਠ ਬੋਲਦਾ। ਕਹਿੰਦਾ ਮੈਂ ਜਾਣਾ ਜੀ, ਤੁਹਾਨੂੰ ਦੇਖਦਾ ਹੁੰਦਾ। ਮੈਂ ਕਿਹਾ ਫਿਰ ਤੂੰ ਜਾਣਾ ਹੀ ਆ, ਸੰਗਤ ਨਹੀਂ ਕਰਦਾ। ਤਾਂ ਮੈਂ ਦੂਸਰੀ ਬੇਨਤੀ ਤਾਂ ਕੀਤੀ ਹੈ ਕਿਉਂਕਿ ਬਾਬਾ ਜੀ ਦੇ ਬਚਨ ਮੈਂ ਕੋਲੋਂ ਨਹੀਂ ਕਰ ਰਿਹਾ, ਨਾ ਮੈਂ ਰਾਜਨੀਤੀ ਖੇਡ ਰਿਹਾ। ਰਾਜਨੀਤਿਕ ਬੰਦੇ ਨੂੰ ਤਾਂ ਇਹ ਗੱਲ ਬੜੀ ਮਹਿੰਗੀ ਪੈਂਦੀ ਹੈ ਕਿਉਂਕਿ ਵੋਟਾਂ ਟੁੱਟ ਜਾਂਦੀਆਂ। ਪਰ ਬਾਬਾ ਜੀ ਦੇ ਸਥਾਨ 'ਤੇ ਆਏ ਆ, ਬਾਬਾ ਜੀ ਦਾ ਬਚਨ ਹੈ ਤੇ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੀਸਰੀ ਗੱਲ, ਬਾਬਾ ਜੀ ਦੇ ਬਚਨਾਂ 'ਚ ਤੁਸੀਂ ਕਦੇ ਸੁਣੀ ਹੋਣੀ ਹੈ, ਉਹ ਵੱਡੇ ਬਾਬਾ ਜੀ ਦਾ ਸਮੇਂ ਦਾ ਇਸ਼ਾਰਾ ਕਰਕੇ ਕਰਦੇ ਸੀ। ਕਹਿੰਦੇ ਇੱਕ ਵਾਰੀ ਦੁਪਹਿਰੇ ਭੋਗ ਲੱਗਣ ਦਾ ਟਾਈਮ ਹੋ ਗਿਆ ਤੇ ਪ੍ਰਸ਼ਾਦਾ ਨਾ ਆਇਆ, ਤੇ ਹਜ਼ੂਰੀਏ ਨੇ ਆ ਕੇ ਬੇਨਤੀ ਕੀਤੀ ਕਿ ਹਜ਼ੂਰ ਭੋਗ ਲੱਗਣ ਦਾ ਟਾਈਮ ਹੋ ਗਿਆ, ਪ੍ਰਸ਼ਾਦਾ ਨਹੀਂ ਆਇਆ। ਉਹ ਕਹਿੰਦੇ ਬਿਹੰਗਮਾਂ ਨੂੰ ਖੜੇ ਕਰੋ, ਕਹਿੰਦੇ ਇਹਨਾਂ ਦੀਆਂ ਜੇਬਾਂ ਫਰੋਲੋ। ਇੱਕ ਬਿਹੰਗਮ ਦੀ ਜੇਬ 'ਚੋਂ ਕੁਛ ਮਾਇਆ ਨਿਕਲੀ, ਕਹਿੰਦੇ ਇਹਨੂੰ ਪਾੜੋ। ਕਹਿੰਦੇ ਜਦ ਆਪਣੀ ਚਿੰਤਾ ਆਪ ਕਰੋਗੇ, ਗੁਰੂ ਨਾਨਕ ਤੁਹਾਡੀ ਚਿੰਤਾ ਛੱਡ ਦਊਗਾ। ਜਦੋਂ ਨੋਟ ਫੜਿਆ ਉਦੋਂ ਹੀ ਸ਼ੇਰਪੁਰ ਵੱਲੋਂ ਆਵਾਜ਼ ਆ ਗਈ, ਸਤਨਾਮ ਵਾਹਿਗੁਰੂ ਦੇ ਕੇ, ਕਿ ਪ੍ਰਸ਼ਾਦਾ ਆ ਗਿਆ, ਗੁਰੂ ਸਾਹਿਬ ਨੂੰ ਭੋਗ ਲੱਗ ਗਿਆ। ਬਾਬਾ ਜੀ ਦੀ ਇਹ ਸੁਮੱਤ ਸੀ ਕਿ ਵੱਡਿਆਂ ਨੇ ਛੋਟਿਆਂ ਨੂੰ ਗਾਈਡ ਕਰਨਾ ਹੈ, ਪਰ ਚਿੰਤਾ ਗੁਰੂ ਨਾਨਕ ਤੇ ਹੀ ਛੱਡਣੀ ਹੈ। ਮੈਨੂੰ ਯਾਦ ਹੈ ਮੇਰੇ ਪਿਤਾ ਜੀ ਕੋਲ ਇੱਕ ਵਾਰੀ ਇੱਕ ਲੀਡਰ ਆਇਆ, ਅਕਾਲੀ ਲੀਡਰ, ਜਦ ਹਾਲਾਤ ਖਰਾਬ ਸੀ ਤੇ ਕਹਿਣ ਲੱਗਾ ਸਰਦਾਰ ਜੀ ਪੰਥ ਦਾ ਕੀ ਬਣੂ। ਮੇਰੇ ਪਿਤਾ ਜੀ ਕਹਿਣ ਲੱਗੇ, ਸਰਦਾਰ ਅਵਤਾਰ ਸਿੰਘ ਉਹਨਾਂ ਨੂੰ, ਕਹਿੰਦੇ ਭਾਈ ਮੈਨੂੰ ਪੰਥ ਦਾ ਤਾਂ ਕੋਈ ਫਿਕਰ ਨਹੀਂ ਹੈ। ਉਹ ਕਹਿੰਦਾ ਨਹੀਂ ਜੀ ਹਾਲਾਤ ਬੜੇ ਖਰਾਬ। ਉਹ ਕਹਿੰਦੇ ਨਹੀਂ, ਪੰਥ ਗੁਰੂ ਕਲਗੀਧਰ ਦਾ, ਦਸਮ ਪਾਤਸ਼ਾਹ ਦਾ, ਉਹਨੇ ਨੀਹਾਂ 'ਚ ਸਪੁੱਤਰ ਚਣਾ ਕੇ ਖੜਾ ਕੀਤਾ, ਇਹਦਾ ਤਾਂ ਮੈਨੂੰ ਫਿਕਰ ਨਹੀਂ। ਇਹ ਤਾਂ ਉਹ ਆਪ ਕਲਗੀਆਂ ਵਾਲਾ ਮਾਲਕ ਹੈ, ਮਾਲਕ ਨੂੰ ਆਪ ਚਿੰਤਾ ਆਪਣੀ ਖੇਤੀ ਦੀ। ਮੈਨੂੰ ਤੁਹਾਡਾ ਕੀ ਬਣੂ ਇਹਦੀ ਚਿੰਤਾ ਜ਼ਰੂਰ ਹੈ ਕਿ ਜਿਹੜੇ ਤੁਸੀਂ ਇਸ ਵੇਲੇ ਤੁਰੇ ਫਿਰਦੇ ਹੋ। ਤਾਂ ਕਹਿਣ ਦਾ ਮਤਲਬ, ਸਿੱਖ ਨੂੰ ਚਾਹੀਦਾ ਭਰੋਸਾ, ਸਿੱਖ ਨੂੰ ਚਾਹੀਦਾ ਵਿਸ਼ਵਾਸ, ਸਿੱਖ ਦਾ ਚਾਹੀਦਾ ਗੁਰੂ ਨਾਨਕ ਤੇ ਭਰੋਸਾ, ਗੁਰੂ ਗ੍ਰੰਥ ਸਾਹਿਬ ਤੇ ਭਰੋਸਾ। ਤੇ ਉਦੋਂ ਬਾਅਦ ਚਿੰਤਾ ਕਿਸੇ ਦੀ ਲੋੜ ਨਹੀਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ ਜਲ ਮੈਂ ਜੀ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਸੋ ਮੈਂ ਬਹੁਤ ਬਹੁਤ ਰਿਣੀ ਹਾਂ ਸਮੁੱਚੇ ਮਹਾਂਪੁਰਸ਼ਾਂ ਦਾ, ਕਿਉਂਕਿ
ਧੰਨ ਧੰਨ ਬਾਬਾ ਜੀ ਈਸ਼ਰ ਸਿੰਘ ਉਹਨਾਂ ਨੇ ਜਿਸ ਦਿਨ ਸੱਚਖੰਡ ਜਾਣਾ ਸੀ, ਮੈਂ ਅੱਗੇ ਨਾਨਕਸਰ ਦੀ ਸਟੇਜ ਤੇ ਵੀ ਬਚਨ ਨੇ ਸਾਂਝੇ ਕੀਤੇ ਹੈ। ਬਾਬਾ ਜੀ ਨੇ ਉਹ ਮਾਸਟਰ ਪ੍ਰੀਤਮ ਸਿੰਘ ਉੱਡਣਾ ਕਹਿੰਦੇ ਸੀ, ਮੋਗੇ ਦਾ ਸੀ, ਸੱਚਖੰਡ ਵੜਨ ਲੱਗੇ, ਉਹਨੂੰ ਬੁਲਾਇਆ, ਕਹਿੰਦੇ ਮਾਸਟਰ ਇਹ ਤੁਕ ਦਾ ਅਰਥ ਦੱਸ। ਮਾਈ ਆਵਣ ਜਾਣ ਰਿਹੋ ਤਪਤ ਕੜਾਹਾ ਬੂਝ ਗਿਆ ਗੁਰ ਸੀਤਲ ਨਾਮ ਦਿਓ। ਉਹ ਕਹਿੰਦਾ ਹਜ਼ੂਰ ਤੁਸੀਂ ਸਮੱਤ ਬਖਸ਼ੋ। ਉਹ ਕਹਿੰਦੇ ਬਈ ਸਾਨੂੰ ਤਾਂ ਸਿੱਧੀ ਗੱਲ ਆਉਂਦੀ ਆ ਜੱਟਾਂ ਵਾਲੀ ਕਿ ਇੱਥੇ ਬਾਬਾ ਜੀ ਦੇ ਚਰਨ ਪਏ ਹੋਏ ਆ, ਇੱਥੇ ਸੀਗੇ, ਇੱਥੇ ਹੈਗੇ ਆ ਤੇ ਇੱਥੇ ਰਹਾਂਗੇ, ਆਉਂਦੇ ਰਹਾਂਗੇ। ਇਹ ਨਹੀਂ ਕਿ ਬਾਬਾ ਜੀ ਸੀਗੇ ਨਹੀਂ ਹੈਗੇ ਆ ਤੇ ਰਹਿਣਗੇ ਨਹੀਂ। ਬਾਬਾ ਜੀ ਸੀਗੇ ਵੀ, ਬਾਬਾ ਜੀ ਹੈਗੇ ਵੀ ਤੇ ਬਾਬਾ ਜੀ ਰਹਿਣਗੇ ਵੀ। ਸਮਾਂ ਬੜਾ ਝੱਖੜ ਵੀ ਝੁੱਲੇ, ਬੜੇ ਕਸ਼ਟ ਸਮੇਂ ਵੀ ਆਏ, ਸਖਤ ਸਮੇਂ ਵੀ ਆਏ, ਪਰ ਅੱਜ ਇੱਕ ਵੀ ਬੰਦਾ ਸੰਗਤ ਚੋਂ ਜਾਂ ਕਿਤੋਂ ਦੁਨੀਆ ਚੋਂ ਕਹਿ ਸਕਦਾ ਹੈ ਕਿ ਨਾਨਕਸਰ ਮਰਿਆਦਾ ਵਿੱਚ ਇੱਕ ਰੱਤੀ ਜਿੰਨਾ ਵੀ ਕੋਈ ਕਿਸੇ ਵੇਲੇ ਫਰਕ ਪਿਆ ਹੋਵੇ। ਬਾਬਾ ਜੀ ਰਹਿਰਾ ਸਾਹਿਬ ਦੇ ਪਾਠ ਵੇਲੇ ਸੱਚਖੰਡ ਜਾਣ, ਨਹੀਂ ਘਰ ਦਾ ਮਾਲਕ ਅਲੋਪ ਹੋ ਜਾਵੇ, ਘਰ 'ਚ ਭਾਜੜ ਪੈ ਜਾਂਦੀ ਹੈ। ਉਸੇ ਤਰ੍ਹਾਂ ਹੀ ਕੀਰਤਨ ਚੱਲਿਆ, ਉਸੇ ਤਰ੍ਹਾਂ ਹੀ ਚੌਂਕੀ ਲੱਗੀ, ਉਸੇ ਤਰ੍ਹਾਂ ਹੀ ਸਮਾਪਤੀ ਹੋਈ, ਉਸੇ ਵੇਲੇ ਅੰਮ੍ਰਿਤ ਦਾ ਦੀਵਾਨ ਚੱਲਿਆ। ਫਿਰ ਇੱਕ ਵੇਲੇ ਨਹੀਂ, ਭਾਈ ਕੇਰ ਸੋਹਣੀ ਆਸਾ ਦੀ ਵਾਰ ਸ਼ੁਰੂ ਕਰਨ ਲੱਗੇ, ਬਾਜੇ ਤੇ ਬੈਠਦੇ ਆ, ਸਰੀਰ ਛੱਡ ਜਾਂਦੇ ਨੇ ਤੇ ਕੋਈ ਹੋਰ ਥਾਂ ਹੁੰਦਾ ਤੇ ਮੁੜ ਕੇ ਭਾਜਣਾ ਪੈ ਜਾਂਦੀਆਂ, ਰਾਗੀ ਨੂੰ ਸਾਂਭਣ ਦੀਆਂ, ਤੇ ਆਸਾ ਦੀ ਵਾਰ ਪਾਸੇ ਰਹਿ ਜਾਂਦੀ। ਇਹ ਪ੍ਰਤੱਖ ਪ੍ਰਮਾਣ ਨੇ ਕਿ ਬਾਬਾ ਜੀ ਦੀ ਸ਼ਕਤੀ ਸੀਗੀ, ਬਾਬਾ ਜੀ ਦੀ ਸ਼ਕਤੀ ਹੈਗੀ ਹੈ ਤੇ ਬਾਬਾ ਜੀ ਦੀ ਸ਼ਕਤੀ ਰਹੇਗੀ। ਕਈ ਦਫਾ ਬੁੱਲੇ ਦੇ ਕਹਿਣ ਵਾਂਗੂ ਆ ਜਾਂਦਾ ਨਾ ਕਿ ਬੁੱਲਿਆ ਰੱਬ ਤੇਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਧੰਨ ਧੰਨ ਬਾਬਾ ਜੀ ਈਸ਼ਰ ਸਿੰਘ ਉਹਨਾਂ ਤੋਂ, ਧੰਨ ਧੰਨ ਬਾਬਾ ਜੀ ਆਨੰਦ ਸਿੰਘ ਉਹਨਾਂ ਤੋਂ ਬਾਅਦ ਕਈ ਸਰੀਰ ਪਿੱਛੇ ਰਹਿ ਗਏ ਜਿਨ੍ਹਾਂ ਨੇ ਬਾਬਾ ਜੀ ਦੀ ਜੋਤ ਤੇ ਭਰੋਸਾ ਹੀ ਨਹੀਂ ਕੀਤਾ। ਗੁਰ ਭਾਈ ਕਹਿ ਕੇ ਹੀ ਕਹਿਣ ਲੱਗ ਪਏ। ਜ਼ਰੂਰੀ ਨਹੀਂ ਕਿ ਜਿਹੜਾ ਇੱਕ ਵਾਰੀ ਫਸਟ ਆਇਆ ਸਾਰੀ ਉਮਰ ਹੀ ਫਸਟ ਆਊ, ਉਹ ਅਗਲੀ 'ਚ ਫੇਲ ਵੀ ਹੋ ਸਕਦਾ ਹੈ। ਤੇ ਜਿਨ੍ਹਾਂ ਨੇ ਭਰੋਸਾ ਰੱਖਿਆ ਕਿ ਜੋਤ ਉਹੀ ਰਹਿਣੀ ਹੈ, ਜੁਗਤ ਬਦਲ ਸਕਦੀ ਹੈ ਤੇ ਜੋਤ ਹਮੇਸ਼ਾ ਰਹਿਣੀ ਹੈ, ਉਹਨਾਂ ਨੂੰ ਕਦੇ ਕੋਈ ਨੁਕਸਾਨ ਨਹੀਂ ਹੋਇਆ। ਤੋ ਮੈਂ ਬਹੁਤਾ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਇੱਕੋ ਹੀ ਬੇਨਤੀ ਕਰੂੰਗਾ ਕਿ ਬਾਬਾ ਜੀ ਨੇ ਬਚਨਾਂ ਵਿੱਚ, ਜੋ ਬਾਬਾ ਜੀ ਨੇ ਬਚਨਾਂ ਵਿੱਚ ਠੋਕ ਵਜਾ ਕੇ ਡੰਕੇ ਦੀ ਚੋਟ ਤੇ ਕਿਹਾ, ਉਹ ਹਰ ਕੋਈ ਨਹੀਂ ਕਹਿ ਸਕਦਾ, ਨਾ ਹਰ ਮਹਾਂਪੁਰਖ ਕਹਿ ਸਕਦਾ। ਮੈਂ ਇਸ ਗੱਲ ਤੋਂ ਵੀ ਬੜਾ ਦ੍ਰਿੜ ਹੈ ਕਿ ਤੁਸੀਂ ਗੁਰੂ ਨਾਨਕ ਦਾ ਨਾ ਛੱਡਿਓ, ਤੁਸੀਂ ਗੁਰੂ ਨਾਨਕ ਦਾ ਦਰ ਨਾ ਛੱਡਿਓ, ਗੁਰੂ ਨਾਨਕ ਤੁਹਾਡੀ ਬਾਹ ਨਹੀਂ ਛੱਡੂ। ਆਹ ਜਿਹੜਾ ਨਕਸ਼ਾ ਹੈ ਸੱਚਖੰਡ ਦਾ ਉਤਾਰਿਆ ਨਕਸ਼ਾ ਹੋਇਆ, ਇਹਨੂੰ ਯਾਦ ਰੱਖ ਲੈਣਾ, ਇਹੀ ਤੁਹਾਡੇ ਅੱਗੇ ਨਾਲ ਵੀ ਚੱਲੂਗਾ। ਇਹ ਸਾਨੂੰ ਭੁਲੇਖੇ ਪੈ ਜਾਂਦੇ ਨੇ। ਉਹ ਕਹਿੰਦੇ ਹੁੰਦੇ ਸਨ ਕਿ ਕਈ ਦਫਾ ਕਹਿ ਦਿੰਦੇ ਲੋਕ ਜੀ ਨਾਨਕਸਰ ਦੀ ਮਰਿਆਦਾ ਹੈ। ਨਾਨਕਸਰ ਦੀ ਮਰਿਆਦਾ ਕੋਈ ਵੱਖਰੀ ਨਹੀਂ। ਬਾਬਾ ਜੀ ਕਹਿੰਦੇ ਹੁੰਦੇ ਸਨ ਦਰਗਾਹੀ ਮਰਿਆਦਾ ਨਾਨਕਸਰ ਦੀ ਧਰਤੀ ਤੇ ਲਾਗੂ ਕੀਤੀ ਹੈ। ਮਰਿਆਦਾ ਨਾਨਕਸਰ ਨੇ ਨਹੀਂ ਕੋਈ ਨਵੀਂ ਚਲਾਈ। ਬਾਬਾ ਜੀ ਦਾ ਫਰਮਾਨ ਹੈ ਕਿ ਦਰਗਾਹੀ ਮਰਿਆਦਾ ਨਾਨਕਸਰ ਦੀ ਧਰਤੀ ਤੇ ਧੰਨ ਧੰਨ ਬਾਬਾ ਜੀ ਆਨੰਦ ਸਿੰਘ ਉਹਨਾਂ ਨੇ ਆ ਕੇ ਪ੍ਰਗਟ ਕੀਤੀ ਹੈ, ਜਿਹੜੀ ਅੱਗੇ ਚੱਲ ਰਹੀ ਹੈ। ਤੋਂ ਮੈਂ ਅੱਜ ਦੇ ਇਸ ਪ੍ਰਗਟ ਦਿਹਾੜੇ ਤੇ ਸਾਰੇ ਹੀ ਮਹਾਂਪੁਰਖਾਂ ਨੂੰ, ਰਾਗੀਆਂ ਢਾਡੀਆਂ ਨੂੰ ਵਧਾਈਆਂ ਦਿੰਦਾ, ਸੰਗਤ ਨੂੰ ਵਧਾਈਆਂ ਦਿੰਦਾ, ਕਿਉਂਕਿ ਸੰਗਤ ਤਾਂ ਇੱਕ ਪਲ ਦੀ ਕੀਤੀ ਵੀ ਕਈ ਦਫਾ ਨਿਸਤਾਰਾ ਕਰ ਦਿੰਦੀ ਹੈ। ਬਾਬਾ ਜੀ ਦੇ ਆਪਣੇ ਬਚਨਾਂ ਵਿੱਚ ਹੈ ਕਿ ਇੱਕ ਬਾਣੀਆਂ ਦੁਕਾਨ ਤੇ ਬੈਠਾ, ਜਦੋਂ ਚਲਾਣਾ ਕਰ ਗਿਆ ਤੇ ਉਹ ਦਰਗਾਹ 'ਚ ਗਿਆ ਤੇ ਉੱਥੇ ਕਹਿਣ ਇਹਦਾ ਕੰਮ ਕੋਈ ਚੰਗਾ ਨਹੀਂ ਕੀਤਾ ਹੋਇਆ ਤੇ ਇਹਨੂੰ ਨਰਕਾਂ 'ਚ ਘੱਲੋ। ਜਦ ਨਰਕ 'ਚ ਜਾਇਆ ਕਰੇ ਠਰ ਜਿਆ ਕਰੇ। ਹੁਕਮ ਹੋਇਆ ਕਿ ਚੰਗੀ ਤਰ੍ਹਾਂ ਰਿਕਾਰਡ ਦੇਖੋ, ਤੇ ਰਿਕਾਰਡ ਦੇਖਿਆ ਕਿ ਇੱਕ ਦਿਨ ਦੁਕਾਨ ਤੇ ਅੱਖਾਂ ਮੀਟੀ ਬੈਠਾ ਸੀ ਤੇ ਕੋਈ ਕਰਨੀ ਵਾਲੇ ਮਹਾਂਪੁਰਖ ਬਾਜ਼ਾਰ 'ਚੋਂ ਲੰਘ ਰਹੇ ਸੀ ਤੇ ਹਵਾ ਚੱਲੀ, ਉਹਨਾਂ ਦੇ ਚਰਨਾਂ ਦੀ ਲੱਗੀ ਹੋਈ ਧੂੜ ਇਹਦੇ ਮਸਤਕ ਤੇ ਪੈ ਗਈ ਤੇ ਇਹਨੇ ਮਸਤਕ ਤੋਂ ਆਪ ਦੇ ਜਾਣੇ ਉਹ ਧੂੜ ਲਾਉਣ ਲੱਗਿਆ, ਹੱਥ ਫੇਰਿਆ ਤਾਂ ਉਹਦੇ ਨਾਲ ਰਗੜੇ ਗਏ ਮੱਥੇ ਦੇ ਲੇਖ ਵੀ, ਤੇ ਉਹਦੇ ਪਿਛਲੇ ਪਾਪ ਧੋਤੇ ਗਏ ਤੇ ਉਹਨੂੰ ਪੁੰਨਾਂ 'ਚ ਤਬਦੀਲ ਕਰ ਦਿੱਤਾ। ਸੋ ਪਤਾ ਨਹੀਂ ਕਿਹੜੀ ਘੜੀ ਦੀ ਕੀਤੀ ਹੋਈ ਸੰਗਤ ਨੇ ਸਾਡਾ ਅੱਗਾ ਸਵਾਰਨਾ। ਅਸੀਂ ਭਾਗਾਂ ਵਾਲੇ ਆ ਜਿਹੜੇ ਸਾਡੇ ਪਲ ਕੁਛ ਸੰਗਤ 'ਚ ਬੀਤਦੇ ਨੇ। ਤੋਂ ਇਸ ਪੁਰਬ ਦੀ ਲੱਖ ਲੱਖ ਵਧਾਈ ਦੇ ਕੇ ਇਹੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਅੱਗੇ ਧੰਨ ਧੰਨ ਬਾਬਾ ਜੀ ਈਸ਼ਰ ਸਿੰਘ ਉਹਨਾਂ ਦੇ ਚਰਨਾਂ ਤੇ ਸੀਸ ਨਵਾ ਕੇ ਬੇਨਤੀ ਕਰਦਾ, ਜੋਦੜੀ ਕਰਦਾ, ਸੱਚੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ,
ਜਿੱਤ ਦੁਆਰੇ ਉਭਰਹਿ ਤਿੱਤੇ ਲੈਹੋ ਬਾਰ, ਭੁੱਲ ਚੁੱਕ ਦੀ ਦਿਓ ਖਿਮਾ, ਕਰੋ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।